ਸਿੱਖਿਆ ਦੇ ਖੇਤਰ ਦੇ ਵਿੱਚ ਕੀ ਉਪਲਬਧੀਆਂ ਨੇ ਤੇ ਕਿਸ ਤਰ੍ਹਾਂ ਦੇ ਨਾਲ ਐਜੂਕੇਸ਼ਨ ਬਹੁਤ ਹੀ ਸੋਹਣੇ ਰਸਤੇ ਸਭ ਨੂੰ ਵਿਖਾ ਰਹੀ ਹੈ, ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਅਗਲੇ ਪੈਨਲ ਦੀ ਸ਼ੁਰੂਆਤ ਕਰਨ ਦੇ ਲਈ ਮੈਂ ਆਪਣੇ ਸਹਿਯੋਗੀ ਕ੍ਰਿਸ਼ਨ ਸਿੰਘ ਨੂੰ ਬੁਲਾਉਣਾ ਚਾਹੂੰਗੀ। ਕ੍ਰਿਸ਼ਨ ਜੀ ਪਲੀਜ਼ ਕਮ ਔਨ ਦਾ ਸਟੇਜ। ਇਸੇ ਨਾਲ ਹੀ ਮੈਂ ਬੁਲਾਉਣਾ ਚਾਹੂੰਗੀ ਸਾਡੇ ਅਗਲੇ ਪੈਨਲਿਸਟ ਮਿਸਟਰ ਆਰ.ਕੇ. ਰੋੜਾ, ਫਾਊਂਡਰ ਰੋੜਾ ਕਲਾਸਿਸ ਬਠਿੰਡਾ ਤੋਂ ਨੇ ਜੀ। ਤਾੜੀਆਂ ਦੇ ਨਾਲ ਸਵਾਗਤ ਕਰ ਦਿਓ ਸਰ, ਪਲੀਜ਼ ਕਮ ਔਨ ਦਾ ਸਟੇਜ। ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ, ਤਾੜੀਆਂ ਦੇ ਵਿੱਚ ਕੰਜੂਸੀ ਬਹੁਤ ਹੈ ਅੱਜ। ਤੇ ਇਹਨਾਂ ਦੇ ਨਾਲ ਮੈਂ ਸੱਦਾ ਦੇਣਾ ਚਾਹਾਂਗੀ ਪ੍ਰਵੀਨ ਸ਼ਰਮਾ ਜੀ, ਪ੍ਰਿੰਸੀਪਲ ਆਫ ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ਤਰਨਤਾਰਨ ਤੋਂ ਨੇ। ਵੈਲਕਮ ਮੈਮ, ਪਲੀਜ਼ ਕਮ ਔਨ ਦਾ ਸਟੇਜ। ਤੇ ਨਾਲ ਹੀ ਇਸ ਪੈਨਲ ਦੇ ਵਿੱਚ ਮੌਜੂਦ ਰਹਿਣਗੇ ਡਾਕਟਰ ਪੁਸ਼ਪਿੰਦਰ ਵਾਲੀਆ ਜੀ, ਪ੍ਰਿੰਸੀਪਲ ਆਫ BBK DAV ਕਾਲਜ ਫॉर ਵੂਮਨ ਅੰਮ੍ਰਿਤਸਰ। ਮੈਮ ਪਲੀਜ਼ ਕਮ ਔਨ ਦਾ ਸਟੇਜ। ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਸਾਡੇ ਸਾਰੇ ਹੀ ਮਹਿਮਾਨਾਂ ਦਾ। ਪਲੀਜ਼ ਬੈਠ। ਤਾਂ ਸਿੱਖਿਆ ਨੂੰ ਲੈ ਕੇ ਗੱਲ ਕਿਉਂ ਨਾ ਹੋਵੇ ਤਾਂ ਫਿਰ ਵੱਡੇ ਪੱਧਰ ਤੇ ਉਹਨਾਂ ਅਧਿਆਪਕਾਂ ਦੀ, ਉਹਨਾਂ ਗੁਰੂਆਂ ਦੀ ਗੱਲ ਕਰਨੀ ਬੜੀ ਇੰਪੋਰਟੈਂਟ ਹੈ ਜਿਹੜੇ ਬੱਚਿਆਂ ਨੂੰ ਤਾਲੀਮ ਦਿੰਦੇ ਨੇ, ਜਿਨ੍ਹਾਂ ਕਰਕੇ ਬੱਚੇ ਬਹੁਤ ਵੱਡੇ ਸਫ਼ਰਾਂ ਤੇ ਪਹੁੰਚਦੇ ਨੇ ਤੇ ਫਿਰ ਉਸ ਸਫ਼ਰ ਤੇ ਪਹੁੰਚ ਕੇ ਬੱਚੇ ਵੀ ਆਪਣੇ ਗੁਰੂ ਨੂੰ ਯਾਦ ਰੱਖਦੇ ਹੈ। ਤਾਂ ਮੈਂ ਸਭ ਤੋਂ ਪਹਿਲਾਂ ਡਾਕਟਰ ਪੁਸ਼ਪਿੰਦਰ ਵਾਲੀਆ ਜੀ ਤੁਹਾਡੇ ਕੋਲ ਆਉਂਗਾ। ਦੇਖੋ, ਅਕੈਡਮਿਕ ਕੋਰਸਿਸ ਦਾ ਜ਼ਿਕਰ ਬਹੁਤ ਵੱਡੇ ਪੱਧਰ ਤੇ ਹੁੰਦਾ, ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਬੱਚੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਤਾਂ ਜਿਹੜੇ ਰੁਝਾਨ ਨੇ ਵਿਸ਼ਵ ਵਿਆਪੀ, ਉਹਨਾਂ ਦੇ ਨਤੀਜੇ ਕੀ ਅਸੀਂ ਦੇਖੀਏ, ਕਿਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਇਲੈਬੋਰੇਟ ਕਰ ਸਕਦੇ ਹਾਂ। स्टूडेंट्स का जिस तरह के हम अपने कॉलेज में देखते हैं, BBK DAV कॉलेज फॉर वुमेन अमृतसर, we always try to orientate our girl students towards women related curriculums which are having an international context. जो आज की दुनिया में कोर्सेज वही चलेंगे जिनका कोई इंटरनेशनल लेवल पे उनके साथ रेलिवेंस होगी। ट्रेडिशनल कोर्सेज तो हमेशा अवेलेबल होते ही हैं, बट हमारे कॉलेज में हमारी हमेशा ये कोशिश होती है कि द गर्ल्स शुड मूव विद द टाइम्स। सो उसके लिए हमने स्किल बेस्ड कोर्सेज़ भी बहुत शुरू किए हैं। BVOC के कोर्सेज़ हैं फैशन टेक्नोलॉजी में, दीज आर बैचलर इन वोकेशन कोर्सेज़। एंड इस तरह से स्किल बेस्ड वी हैव BVOC इन थिएटर एंड स्टेज क्राफ्ट, BVOC इन सॉफ्टवेयर डेवलपमेंट, और आजकल तो AI का भी बहुत टॉपिक रेलिवेंट है। सो व्हेन वी आर एबल टू गिव दिस काइंड ऑफ एजुकेशन इन आवर कॉलेज हियर, सो आई एम श्योर कि स्टूडेंट्स को बाहर जाने के लिए फिर इतना ज़्यादा क्यूरियोसिटी या इंटरेस्ट नहीं रहता जब उनको पता चलता है कि यहाँ की एजुकेशन भी ग्लोबल लेवल की एजुकेशन की तरह ही रेलिवेंट मिल रही है। थैंक यू। ਮੇਰਾ ਸਵਾਲ ਆਰ.ਕੇ. ਰੋੜਾ ਜੀ ਤੋਂ ਹੈ। ਸਰ, ਮੈਂ ਤੁਹਾਨੂੰ ਤਦ ਤੋਂ ਦੇਖਿਆ ਜਦੋਂ ਤੁਸੀਂ ਬਠਿੰਡਾ ਦੇ ਵਿੱਚ ਆਪਣਾ ਸੈਂਟਰ ਸ਼ੁਰੂ ਕੀਤਾ, ਉਦੋਂ ਤੋਂ ਮੈਂ ਤੁਹਾਨੂੰ ਦੇਖਿਆ, ਔਰ ਤੁਹਾਡੇ ਤੋਂ ਇੱਕ ਸਵਾਲ ਮੈਂ ਬਹੁਤ ਜ਼ਿਆਦਾ ਪੁੱਛਣੀ ਜਾ ਰਹੀ ਸੀ ਕਿ ਤੁਸੀਂ ਹਮੇਸ਼ਾ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰਵਾਉਂਦੇ ਹੋ, ਬਿਜ਼ਨਸ ਦੇ ਲਈ ਕਿਉਂ ਨਹੀਂ ਹੈ? ਕਿਉਂਕਿ ਅੱਜ ਕੱਲ੍ਹ ਬਿਜ਼ਨਸ ਔਨ ਡਿਮਾਂਡ ਹੈ। ਦੇਖੋ, ਜਦੋਂ ਮੇਰੇ ਕੋਲ ਕੋਈ ਬੱਚਾ ਯਾਨੀ ਕਿ ਤਿਆਰੀ ਕਰਨ ਵਾਸਤੇ ਆਉਂਦਾ ਨਾ, ਯਾਨੀ ਮੈਂ ਖੁਦ ਪਹਿਲਾਂ ਗੌਰਮੈਂਟ ਜੋਬ ਕੀਤੀ ਹੋਈ। ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ, ਸਭ ਤੋਂ ਪਹਿਲਾਂ ਤਾਂ ਮੈਂ ਸੱਚ ਜੀ ਹਿਮਾਚਲ ਹਰਿਆਣਾ ਪੰਜਾਬ ਦਾ ਧੰਨਵਾਦ ਕਰਨਾ ਚਾਹੂੰਗਾ ਵੀ ਸਾਨੂੰ ਇਸ ਸਟੇਜ 'ਤੇ ਬੁਲਾਇਆ। ਇਹ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਹੈ ਜ਼ਿੰਦਗੀ ਦੇ ਅੰਦਰ, ਔਰ ਅੱਗੇ ਵਧਣ ਨੂੰ ਇੰਸਪਾਇਰ ਕਰਦੀ ਹੈ। ਅਤੇ ਪਹਿਲਾਂ ਤਾਂ ਧੰਨਵਾਦ ਤੁਹਾਡਾ। ਅਤੇ ਸੈਕਿੰਡ ਚੀਜ਼ ਤੁਸੀਂ ਕਹੀਏ ਕਿ ਸਰਕਾਰੀ ਨੌਕਰੀ ਹੀ ਕਿਉਂ, ਬਿਜ਼ਨਸ ਕਿਉਂ ਨਹੀਂ। ਜਦੋਂ ਵੀ ਮੇਰੇ ਕੋਲ ਕੋਈ ਬੱਚਾ ਕੋਚਿੰਗ ਲੈਣ ਵਾਸਤੇ ਆਉਂਦਾ ਨਾ, ਯਾਨੀ ਪੂਰੇ ਪੰਜਾਬ 'ਚ, ਪਹਿਲਾਂ ਮੈਂ ਦੱਸ ਦੇਵਾਂ ਕਿ ਸਾਡੇ ਇੰਸਟੀਟਿਊਟ ਦਾ 1 ਸਾਈਡਡ ਰਿਜ਼ਲਟ ਹੈ, ਯਾਨੀ ਕਿ ਕੋਈ ਇੰਸਟੀਟਿਊਟ ਸਾਡੇ ਨੇੜੇ ਤੇੜੇ ਵੀ ਨਹੀਂ। ਯਾਨੀ ਹੁਣ ਕੱਲ੍ਹ ਵੀ ਪੰਜਾਬ ਪੁਲਿਸ ਦਾ ਰਿਜ਼ਲਟ ਆਇਆ ਅਤੇ ਸਾਡੇ 500+ ਬੱਚੇ ਜਿਹੜੇ ਉਹ ਸਿਲੈਕਟ ਹੋਏ ਹੈ। ਸ਼ਾਇਦ ਹੀ ਕੋਈ ਅਕੈਡਮੀ ਹੋਊਗੀ ਜਿਹਦੇ 10-20 ਤੋਂ ਜ਼ਿਆਦਾ ਰਿਜ਼ਲਟ ਹੋਣਗੇ। ਅਤੇ ਸਭ ਤੋਂ ਜ਼ਿਆਦਾ ਬੱਚਾ ਸਾਨੂੰ ਪਿਆਰ ਦਿੰਦਾ ਹੈ। ਅਤੇ ਬੱਚਾ ਜਦੋਂ ਮੇਰੇ ਕੋਲ ਆਉਂਦਾ ਨਾ, ਮੈਂ ਉਹਨਾਂ ਨੂੰ ਕਹਿੰਦਾ ਕਿ ਜੋ ਤੁਸੀਂ ਨਾ ਗੌਰਮੈਂਟ ਜੋਬ ਦੀ ਤਿਆਰੀ ਜ਼ਰੂਰ ਕਰ ਰਹੇ ਹੋ। ਗੌਰਮੈਂਟ ਜੋਬ ਦਾ ਮਤਲਬ ਇਹ ਹੋ ਗਿਆ ਕਿ ਤੁਹਾਡੀ 3 ਟਾਈਮ ਦੀ ਰੋਟੀ ਪੱਕੀ ਹੋਗੀ, ਤੁਹਾਡੀ ਲਾਈਫ ਟਾਈਮ ਦੀ ਸਿਕਿਉਰਿਟੀ ਹੋਗੀ। ਲੇਕਿਨ ਤੁਸੀਂ ਗੌਰਮੈਂਟ ਜੋਬ ਦੇ ਨਾਲ ਨਾਲ ਮੇਰੀ ਤਰ੍ਹਾਂ, ਜਿਵੇਂ ਮੈਂ ਗੌਰਮੈਂਟ ਜੋਬ ਦੇ ਨਾਲ ਨਾਲ ਸੋਚਿਆ ਵੀ ਮੈਂ ਕੁਛ ਹੋਰ ਵੱਡਾ ਕਰਨਾ ਹੈ, ਤੁਹਾਡਾ ਜਿਹੜੇ ਫੀਲਡ 'ਚ ਇੰਟਰਸਟ ਹੈ ਪੰਗੇ ਜ਼ਰੂਰ ਲਿਓ। ਵੀ ਜੇ ਤੁਸੀਂ ਆਪਦੇ ਪੈਸਿਆਂ ਨਾਲ ਇਨਵੈਸਟਮੈਂਟ ਕਰਕੇ ਗੌਰਮੈਂਟ ਜੋਬ ਦੇ ਨਾਲ ਨਾਲ ਕੁਛ ਪੰਗੇ ਲਓਗੇ, ਮੈਨੂੰ ਪੱਕਾ ਪਤਾ ਹੈ ਵੀ ਤੁਹਾਡੇ ਚਾਂਸ ਕਾਮਯਾਬ ਹੋਣ ਦੇ ਬਹੁਤ ਜ਼ਿਆਦਾ ਰਹਿਣਗੇ। ਵੀ ਤੁਸੀਂ ਗੌਰਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਕਿਉਂਕਿ ਹਰੇਕ ਘਰ ਦੇ ਨਾ ਹਾਲਾਤ, ਮੋਸਟਲੀ ਆਪਾਂ ਆਮ ਜੇ ਘਰਾਂ ਦੇ ਬੱਚੇ ਜ਼ਿਆਦਾ ਹੋਣਗੇ
ਤੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹਦੇ ਪੈਰੈਂਟਸ ਉਹਨਾਂ ਉੱਤੇ ਬਿਜ਼ਨਸ ਉੱਤੇ ਇਨਵੈਸਟ ਕਰ ਸਕਣ। ਲੇਕਿਨ ਮੈਂ ਫੁੱਲ ਐਂਡ ਫਾਈਨਲ ਮੈਂ ਐਡਵਾਂਸ ਸਟਾਰਟਿੰਗ 'ਚ ਹੀ ਦੱਸ ਦਿੰਦਾ ਵੀ ਮੈਂ ਗਵਰਨਮੈਂਟ ਜੋਬ ਦੀ ਤਿਆਰੀ ਜ਼ਰੂਰ ਕਰਾ ਰਿਹਾ, ਲੇਕਿਨ ਮੈਂ ਗਵਰਨਮੈਂਟ ਜੋਬ ਦੇ ਖਿਲਾਫ ਵੀ ਹਾਂ। ਐਡਵਾਂਸ ਹੀ ਦੱਸੀ ਜਾਂਦੇ ਵੀ ਤੁਸੀਂ ਇੱਕ ਵਾਰ ਗਵਰਨਮੈਂਟ ਜੋਬ ਲੱਗੋ, ਕੁਝ ਪੈਸਾ ਇਕੱਠਾ ਕਰੋ ਤੇ ਪੰਗੇ ਜ਼ਰੂਰ ਲਿਓ ਜ਼ਿੰਦਗੀ ਦੇ ਅੰਦਰ। ਤੁਸੀਂ ਕਿਹੜੇ ਤੁਹਾਡੇ ਅੰਦਰ ਵੀ ਨਾ ਬਹੁਤ ਵੱਡੀ ਟੈਲੈਂਟ ਹੈ, ਤੁਹਾਡੇ ਅੰਦਰ ਤਾਕਤ ਹੈ ਤੇ ਤੁਸੀਂ ਉਹਦੇ ਬਾਅਦ ਜ਼ਰੂਰ ਅਜਮਾਇਓ। ਪਰ ਅਜਿਹਾ ਕਿਉਂ ਸਰ? ਤੁਸੀਂ ਇੱਕ ਬਹੁਤ ਅੱਛੇ ਮੋਟੀਵੇਟਰ ਹੋ ਔਰ ਤੁਹਾਡਾ ਟੀਚਿੰਗ ਸਕਿੱਲਸ ਨੇ ਜਿਹੜੇ ਬਹੁਤ ਅੱਛੇ ਨੇ, ਮੈਂ ਦੇਖੇ ਹੋਏ ਨੇ ਤੁਹਾਡੇ ਟੀਚਿੰਗ ਸਕਿੱਲ। ਪਰ ਇੱਥੇ ਸਵਾਲ ਇਹ ਹੈ ਕਿ ਜੋ ਬੰਦਾ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰਵਾਉਂਦਾ ਹੈ, ਬਹੁਤ ਸਾਰੇ ਲੋਕ ਇੱਦਾਂ ਹੀ ਸੋਚਦੇ ਨੇ ਕਿ ਉਹ ਖੁਦ ਸਰਕਾਰੀ ਜੋਬ ਕਿਉਂ ਨਹੀਂ ਕਰਦੇ ਹੈ, ਉਹ ਖੁਦ ਸਰਕਾਰੀ ਜੋਬ ਦੇ ਵੱਲ ਕਿਉਂ ਨਹੀਂ ਗਏ? ਨਹੀਂ, ਐਕਚੁਅਲ ਮੈਂ ਤੁਹਾਨੂੰ ਦੱਸਿਆ ਸੀ ਮੈਂ ਖੁਦ 5-6 ਸਾਲ ਪਹਿਲਾਂ ਗਵਰਨਮੈਂਟ ਸੈਕਟਰ 'ਚ ਜੋਬ ਕਰ ਚੁੱਕਿਆ ਆਲਰੇਡੀ। ਤੇ ਜੋਬ ਦੇ ਨਾਲ ਨਾਲ ਯਾਨੀ ਕਿ ਮੇਰਾ ਇੱਕ ਪੈਸ਼ਨ ਰਿਹਾ ਹੈ ਵੀ ਜਿਹੜੀ ਨੌਲੇਜ ਮੈਨੂੰ ਹੈ ਮੈਂ ਬੱਚਿਆਂ ਨੂੰ ਦੇਵਾਂ। ਜਦੋਂ ਮੈਂ ਬੱਚਿਆਂ ਨੂੰ ਗਵਰਨਮੈਂਟ ਜੋਬ ਦੇ ਨਾਲ ਨਾਲ ਪੜ੍ਹਾਉਂਦਾ ਸੀ, ਅਰਲੀ ਮਾਰਨਿੰਗ ਸਵੇਰੇ 4 ਵਜੇ ਉੱਠ ਕੇ ਪੜ੍ਹਾਉਣ ਲੱਗ ਜਾਣਾ, ਫਿਰ ਮੈਂ ਜੋਬ ਕਰਨੀ, ਫਿਰ ਸ਼ਾਮ ਨੂੰ ਆ ਕੇ ਫਿਰ ਪੜ੍ਹਾਉਣਾ। ਜਦੋਂ ਬੱਚਾ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਸੀ ਨਾ ਕਿ ਸਰ ਤੁਹਾਡੀ ਵਜ੍ਹਾ ਨਾਲ ਸਿਲੈਕਟ ਹੋ ਗਏ, ਵੀ ਤੁਹਾਨੂੰ ਅਸੀਂ ਪੂਰੀ ਜ਼ਿੰਦਗੀ ਯਾਦ ਰੱਖਾਂਗੇ, ਤੇ ਇੱਕ ਕਿੱਕ ਮਿਲਦੀ ਸੀ ਵੀ ਹਾਂ ਯਾਰ ਜੇ ਮੈਂ ਪਾਰਟ ਟਾਈਮ ਪੜ੍ਹਾ ਕੇ ਬੱਚਿਆਂ ਨੂੰ ਉਹਨਾਂ ਦਾ ਕੈਰੀਅਰ ਬਣਾ ਸਕਦਾ, ਜੇ ਮੈਂ ਫੁੱਲ ਟਾਈਮ ਪੜ੍ਹਾਵਾਂ। ਹਾਲਾਂਕਿ ਮੇਰੇ ਵਾਸਤੇ ਬਹੁਤ ਸੌਖਾ ਨਹੀਂ ਰਿਹਾ ਸੀ ਗਵਰਨਮੈਂਟ ਜੋਬ ਛੱਡਣਾ। ਪਹਿਲਾਂ ਮੈਂ ਕਲੈਰੀਕਲ ਸੀਗਾ, ਮੇਰੀ ਕੰਪਲੇਂਟ ਵੀ ਹੋ ਗਈ ਸੀ ਕਿਉਂਕਿ ਗਵਰਨਮੈਂਟ ਜੋਬ ਦੇ ਨਾਲ ਨਾਲ ਤੁਸੀਂ ਪੜ੍ਹਾ ਨਹੀਂ ਸਕਦੇ, ਕੋਈ ਹੋਰ ਕੰਮ ਨਹੀਂ ਕਰ ਸਕਦੇ। ਤੇ ਮੈਂ ਬੜਾ ਰੋਇਆ ਉਸ ਦਿਨ। ਮੈਂ ਮੰਮਾ ਨੂੰ ਕਿਹਾ ਮੰਮਾ ਮੈਂ ਗਵਰਨਮੈਂਟ ਜੋਬ ਛੱਡਣੀ ਹੈ, ਲੇਕਿਨ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਜੋਬ ਨਹੀਂ ਛੱਡੀ ਜਾ ਸਕਦੀ, ਘਰਦਿਆਂ ਨੇ ਪੂਰਾ ਪ੍ਰੈਸ਼ਰ ਪਾਇਆ, ਨਹੀਂ ਜੋਬ ਨਹੀਂ ਛੱਡਣੀ। ਫਿਰ ਮੈਂ ਆਫਿਸਰ ਰੈਂਕ 'ਤੇ ਜਦੋਂ ਸਿਲੈਕਟ ਹੋਇਆ ਤੇ ਮੈਂ ਘਰਦਿਆਂ ਨੂੰ ਝੂਠ ਬੋਲ ਕੇ ਵੀ ਹਾਂ ਮੈਂ ਗਵਰਨਮੈਂਟ ਜੋਬ ਤੋਂ ਵੈਸੇ ਇੱਕ ਵਿਦਆਊਟ ਪੇ ਹੋਇਆ ਹੈ, ਹਾਲਾਂਕਿ ਮੈਂ ਗਵਰਨਮੈਂਟ ਜੋਬ ਛੱਡਤੀ ਸੀ, ਵੀ ਮੈਂ ਇੱਕ ਵਾਰ ਟੈਂਪਰੇਰੀ ਆਇਆ ਘਰੇ। ਤੇ ਉਹਦੇ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਜਦੋਂ ਮੈਂ ਉਸ ਲਾਈਨ 'ਚ ਕਾਮਯਾਬ ਹੋਇਆ ਫਿਰ ਮੇਰੇ ਤੋਂ ਘਰਦਿਆਂ ਨੇ ਨਹੀਂ ਪੁੱਛਿਆ ਵੀ ਤੇਰੀ ਗਵਰਨਮੈਂਟ ਜੋਬ ਦਾ ਕੀ ਬਣਿਆ। ਪ੍ਰਵੀਨ ਜੀ, ਪ੍ਰਿੰਸੀਪਲ ਹੋ ਤੁਸੀਂ, ਅਸੀਂ ਦੇਖ ਰਹੇ ਹਾਂ ਕਿ ਐਜੂਕੇਸ਼ਨ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਐਡਵਾਂਸਮੈਂਟਸ ਹੋ ਰਹੀਆਂ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਅਸੀਂ ਜ਼ਿਕਰ ਕੀਤਾ ਹੈ, ਤੇ ਸਕੂਲ ਕਿਸ ਤਰੀਕੇ ਦੇ ਨਾਲ AI ਨੂੰ ਅਡਾਪਟ ਕਰ ਰਹੇ ਨੇ? गुड इवनिंग टू एवरीवन एंड सत श्री अकाल। थैंक यू फॉर पुटिंग दिस क्वेश्चन जी। एंड हमारे से पहले जो पैनलिस्ट थे वो सारे ही यूनिवर्सिटी को रिप्रेजेंट कर रहे थे एंड सारे ही फोकस कर रहे थे कि जो स्कूल से बच्चे जब यूनिवर्सिटी में आते हैं इट रियली मेक्स अ डिफरेंस कि बच्चे की स्कूलिंग कैसे थी। तो जितने भी आज की डेट में चैलेंजेस हैं, मोरओवर जो हमारी NEP कहती है उसका स्टार्ट ही स्कूल से होता है, बिकॉज स्कूल में हम केटर करते हैं 3 years to 18 years, अ लॉन्ग एज स्पैन इज़ देयर। तो हमें हर स्टेप पे AI को भी देखना है, डेवलपमेंट को भी देखना है, NEP क्या कहती है, बोर्ड एग्ज़ाम्स हैं, सो मेनी टाइप ऑफ प्रेशर्स आर देयर, कॉम्पिटिटिव एग्ज़ाम्स लेते हैं बच्चे, यहीं से अपना फ्यूचर डिसाइड करके आगे स्कूल को लीड करते हैं। तो उसमें हमारी कोशिश होती है कि जो हमारा किंडरगार्टन है या जो हमारा बिल्कुल बेसिक एजुकेशन होती है दैट इज़ टोटली बेस्ड ऑन द एक्टिविटी, जिसमें हम रोट लर्निंग को बिल्कुल भी एम्फेसाइज नहीं करते हैं और बच्चों की कॉन्सेप्ट क्लैरिटी पे वर्क करते हैं, बच्चे के कॉन्फिडेंस पे वर्क करते हैं, जिसमें NEP हमें कहती है कि सॉफ्ट स्किल्स पे वर्क करिए, बच्चों की एडवांस टेक्नोलॉजीज़ पे वर्क करिए एंड बच्चे को कॉन्फिडेंट बनाइए। मोर ओवर उसको एक्सपीरियंशियल लर्निंग के बीच में ढालकर आप उसको 12th से बाहर लेकर आइए। और उसके लिए हम 6 से ही बच्चों की स्किल एजुकेशन पे वर्क कर रहे हैं, जिसमें हमने डिफरेंट टाइप ऑफ स्किल कोर्सेज़ को स्कूल में इंट्रोड्यूस करवाया है, जो CBSE के अकॉर्डिंग 1 ईयर में 12 आवर्स की कॉम्पिटेंसी हम उसको देते हैं, जिससे बच्चे स्कूल में ही रहकर AI, वेब डिज़ाइनिंग, कोडिंग, डिकोडिंग ऐसी चीज़ों को डेवलप कर सकते हैं। और जब वो 12th पास करते हैं तो उस सर्टिफिकेट से आफ्टर 12th इमीडिएटली उनको एम्प्लॉयमेंट भी मिलती है। सो इन दिस वे वी आर गिविंग द गुड एजुकेशन एंड होलिस्टिक डेवलपमेंट की हम यहाँ पर बात करते हैं। तो जब CBSE स्कूल से या किसी भी स्कूल प्लेटफॉर्म से बच्चे जाते हैं तो वो फुल ऑफ जो उनकी स्किल्स हैं उसको निखारा जाता है और उस लेवल तक लेकर आया जाता है। ਤਾਂ ਮੇਰਾ ਅਗਲਾ ਸਵਾਲ ਪੁਸ਼ਪਿੰਦਰ ਮੈਮ ਤੋਂ ਹੈ। ਪੁਸ਼ਪਿੰਦਰ ਜੀ, ਤੁਹਾਡਾ ਕਾਲਜ ਅਕੈਡਮਿਕ ਇਨੋਵੇਸ਼ਨ ਦੇ ਵਿੱਚ ਅੱਗੇ ਰਹਿਣ ਦੇ ਲਈ ਕਿਹੜੇ ਖਾਸ ਉਪਰਾਲੇ ਕਰ ਰਹੇ ਹਨ? As I mentioned earlier, academic innovation is a must. अगर हम ये सोचें कि हम पुराने ही मोल्ड में रह के अपने स्टूडेंट्स को आगे लेके जाएंगे तो वो पॉसिबल नहीं है। Today in the academic world, innovation, research, these are keywords. सो इसके लिए जैसे मैंने पहले बोला कि हम लोग उनको वोकेशनल एजुकेशन देते हैं, स्किल बेस्ड एजुकेशन। एक मेरे माइंड में while the discussion was going on, point came to my mind. I mean on a personal level, do not really focus on jobs that the students
we are orientating them towards getting jobs. Our interest is that students should have the freedom to become job providers rather than job seekers only. And that gives them, especially women students, a lot of freedom, a lot of choice. So उसके लिए हमारा एक बहुत major thrust है, ये innovation में आएगा on entrepreneurship. So हमने skill based programs शुरू किए हैं and we also give them a skill based platform. For example, we have been holding skill fairs. तो उसमें ये नहीं होता कि only students who are students of BVOC courses will participate. The whole college participates. And if you ever come to our college at that time, you will be amazed to see the potential of these young girls who may be even studying traditional courses, but the way they are able to put up the products that they have made, the way they are honing their marketing skills, I think that is what is required. Unme wo confidence that yes, if we want, we can go for a job. And if the circumstances are such that we do not find ourselves fitting into traditional jobs, then we should have the courage and the potential and the strength and the skills to go in for entrepreneurship. ਅਰੋੜਾ ਸਾਹਿਬ, ਗੁਰੂਕੁਲ ਹੋਸਟਲ ਬਾਰੇ ਮੈਂ ਪੜ੍ਹ ਰਿਹਾ ਸੀ, ਪੜ੍ਹਾਉਂਦੇ ਪਲਾਨ ਕਿਵੇਂ ਆਇਆ ਤੁਹਾਡੇ ਮਨ ਦੇ ਵਿੱਚ ਇਹ? ਦੇਖੋ ਮੇਰਾ ਨਾ ਸ਼ੁਰੂ ਤੋਂ ਹੀ ਮੈਨੂੰ ਪਤਾ ਸੀ, ਐਡਵਾਂਸ ਹੀ ਮੈਨੂੰ ਪਤਾ ਹੈ ਵੀ ਜੇ ਬੱਚੇ ਨੂੰ ਇਨਵਾਇਰਨਮੈਂਟ ਮਿਲ ਜੇ ਤੇ ਉਹ ਜ਼ਿੰਦਗੀ ਦੇ ਅੰਦਰ ਕੁਝ ਵੀ ਕਰ ਸਕਦਾ ਹੈ। ਐਕਚੁਅਲ 'ਚ ਆਪਣੇ ਨਾ ਘਰਾਂ ਵਿੱਚ ਜਿਵੇਂ ਅੱਜ ਕੱਲ੍ਹ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਸੋਸ਼ਲ ਮੀਡੀਆ ਹੈ। ਬੱਚੇ ਦੁਨੀਆ ਭਰ ਦਾ ਟਾਈਮ ਮੋਬਾਈਲ 'ਤੇ ਵੇਸਟ ਕਰਦੇ ਆ। ਯਾਨੀ ਜੇ ਤੁਹਾਡੇ ਕੋਲ ਮੋਬਾਈਲ ਪਿਆ ਹੈ ਨਾ, ਬਸ ਤੁਸੀਂ ਮੰਨ ਲਓ 5 ਮਿੰਟ ਉਹਦੇ ਤੋਂ ਦੂਰ ਰਹੋਗੇ, ਫਿਰ ਤੁਸੀਂ ਚੱਕੋਗੇ ਵੀ ਹਾਂ ਮੈਂ ਮੋਬਾਈਲ ਚੱਕ ਕੇ ਕੁਛ ਇਹਦੇ 'ਚ ਮੈਂ ਇੰਸਟਾਗ੍ਰਾਮ ਚਲਾ ਲਾਂ, ਮੈਂ ਕੁਛ ਹੋਰ ਚਲਾ ਲਾਂ, ਹੈ ਨਾ। ਬਹੁਤ ਜ਼ਿਆਦਾ ਟਾਈਮ ਜਿਹੜਾ ਉਹ ਸੋਸ਼ਲ ਮੀਡੀਆ 'ਤੇ ਵੇਸਟ ਕਰਦੇ ਸੀ। ਮੇਰਾ ਇੱਕ ਡਰੀਮ ਸੀਗਾ ਕਿ ਮੈਂ ਇੱਕ ਇਹੋ ਜਿਹੀ ਥਾਂ ਬਣਾਵਾਂ ਜਿੱਥੇ ਸੋਸ਼ਲ ਮੀਡੀਆ ਚਲਾਉਣਾ ਬੈਨ ਹੋਵੇ, ਇੱਕ ਆਪਦੀ ਖੁਦ ਦੀ ਥਾਂ ਹੋਵੇ ਜਿੱਥੇ ਬੱਚਾ ਫ਼ੋਨ 'ਤੇ ਕਿਸੇ ਨਾਲ ਗੱਲ ਵੀ ਨਾ ਕਰ ਸਕੇ, ਬਸ ਘਰਦਿਆਂ ਤੋਂ ਦੂਰ ਹੋ ਕੇ ਬਸ ਆਪਦਾ ਫੋਕਸ ਜੋ ਹੈ ਪੂਰਾ ਧਿਆਨ ਜਿਹੜਾ ਉਹ ਪੜ੍ਹਾਈ ਵੱਲ ਲਾ ਸਕੇ। ਅਤੇ ਅੱਜ ਤੋਂ 3 ਸਾਲ ਪਹਿਲਾਂ ਮੈਂ ਕਿਉਂਕਿ ਇਹਦੇ 'ਤੇ ਕੁਛ ਫਾਈਨੈਂਸ਼ਲੀ ਤੁਹਾਨੂੰ ਸਟਰੋਂਗ ਵੀ ਹੋਣਾ ਚਾਹੀਦਾ ਸੀਗਾ, ਅਤੇ ਅੱਜ ਤੋਂ 3 ਸਾਲ ਪਹਿਲਾਂ ਮੈਂ ਆਪਦਾ ਸੁਪਨਾ ਪੂਰਾ ਕੀਤਾ ਸੀ। ਇੱਕ ਹੋਸਟਲ ਪ੍ਰੋਜੈਕਟ ਲੈ ਕੇ ਆਏ, ਬਿਲਕੁਲ ਇੰਸਟੀਟਿਊਟ ਦੇ ਨਾਲ ਸਾਨੂੰ ਬਹੁਤ ਚੰਗੀ ਜਗ੍ਹਾ ਮਿਲ ਗਈ, ਕਿਸਮਤ ਸੀ ਸਾਡੀ ਅੱਛੀ, ਅਤੇ ਅਸੀਂ ਉੱਥੇ ਉਹ ਜਗ੍ਹਾ ਬਣਾਈ, ਹੋਸਟਲ ਬਣਾਇਆ ਜਿਹਦਾ ਨਾਮ ਅਸੀਂ ਗੁਰੂਕੁਲ ਰੱਖਿਆ। ਹੁਣ ਬੱਚੇ ਸਾਡੇ ਕੋਲ ਆਉਂਦੇ ਨਾ, ਉਹ ਸਾਰਾ ਕੁਝ ਛੱਡ ਕੇ ਆਉਂਦੇ A to Z। ਜਿੱਦੀ ਬੱਚੇ ਆਉਂਦੇ ਆ ਜਿਨ੍ਹਾਂ ਨੇ ਈਵਨ ਫੈਸਟੀਵਲ 'ਤੇ ਵੀ, ਹੋਲੀ ਦੀਵਾਲੀ ਵੀ ਨਹੀਂ ਘਰੇ ਜਾਣਾ, ਫ਼ੋਨ 'ਤੇ ਗੱਲ ਕਰਨਾ ਉੱਥੇ ਮਨਾ ਹੈ, ਸੋਸ਼ਲ ਮੀਡੀਆ ਚਲਾਉਣਾ ਮਨਾ ਹੈ। ਈਵਨ ਬੱਚਿਆਂ ਦੇ ਬੱਚਿਆਂ ਦੇ ਜਿਹੜੇ ਬੋਇਜ਼ ਹੈ, ਕਮਰਿਆਂ ਦੇ ਅੰਦਰ ਵੀ ਕੈਮਰੇ ਲੱਗੇ ਹੋਏ ਆ ਤਾਂ ਕਿ ਉਹ ਸਾਰਾ ਧਿਆਨ ਜਿਹੜਾ ਪੂਰਾ ਫੁੱਲ ਪੜ੍ਹਾਈ 'ਤੇ ਦੇ ਸਕਣ। ਅੰਦਰ ਹੀ ਲਾਇਬ੍ਰੇਰੀ ਫੈਸਿਲਿਟੀ ਹੈ, ਜਿਮ ਹੈ। ਦਾ ਮੇਨ ਸਕਸੈਸ ਰੇਸ਼ੋ ਦਾ ਮੇਨ ਰੀਜ਼ਨ ਇਹੀ ਹੋਇਆ। ਬਿਲਕੁਲ ਬਿਲਕੁਲ। ਪਰ ਤੁਹਾਡੇ ਸਟੂਡੈਂਟਸ ਕਹਿੰਦੇ ਨੇ ਕਿ ਅਰੋੜਾ ਸਾਹਿਬ ਦਾ ਟਾਈਮ ਲੈਣਾ ਬਹੁਤ ਔਖਾ ਹੈ, ਜਿਹੜੇ ਮੂਹਰੇ ਵਿਦਿਆਰਥੀ ਬੈਠੇ ਹੁੰਦੇ ਨੇ ਟਾਈਮ ਉਹਨਾਂ ਨੂੰ ਮਿਲ ਜਾਂਦਾ, ਪਿਛਲੇ ਰਹਿ ਜਾਂਦੇ ਆ। ਬਿਲਕੁਲ ਪ੍ਰਵੀਨ ਜੀ, ਇੱਕ ਬਹੁਤ ਵੱਡਾ ਸਵਾਲ ਹੈ ਕਿ ਸੌਫਟ ਜਿਹੜੇ ਹੈ ਸਕਿੱਲਸ ਕਿੰਨੇ ਐਸੈਂਸ਼ੀਅਲ ਨੇ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੱਚੇ ਗਰੋ ਕਰ ਰਹੇ ਨੇ? कौन सी स्किल्स? सॉफ्ट ਜਿਹੜੇ ਹੈ ਤੁਹਾਡੇ स्किल्स? राइट, सॉफ्ट स्किल्स एक न्यू नेम है जो NEP ने एनहांस किया है। लाइक जैसे टेक्नोलॉजी के साथ बच्चे डे बाय डे बढ़ रहे हैं, लेकिन जो सॉफ्ट स्किल्स हैं लाइक द कम्युनिकेशन इज़ देयर, हाउ टू टॉक, हाउ टू वॉक, हाउ टू एड्रेस द गेस्ट व्हेन दे आर कमिंग एट होम, वो चीज़ें बच्चे धीरे धीरे भूलते जा रहे हैं और उन चीज़ों से पीछे जाते जा रहे हैं। तो स्कूल पे एक बहुत बड़ी रिस्पॉन्सिबिलिटी है, क्योंकि कई बार हमारे को पेरेंट्स आगे कंप्लेंट करते हैं कि मैम दिस माय चाइल्ड इज़ कॉन्टीन्यूसली यूजिंग द मोबाइल एट होम, सो व्हाट वी कैन डू इफ़ वी आर सिटिंग एट स्कूल, हम उसमें क्या कर सकते हैं? बट वी नीड टू डेवलप सच टाइप ऑफ स्किल्स इन द चाइल्ड। ही मस्ट नो दैट हाउ आई नीड टू यूटिलाइज माई टाइम इन अ गुड वे, जो उसका प्रोडक्टिव एंड कंस्ट्रक्टिव वे में उसको आगे फ्यूचर में उसको हेल्प करे। सो दैट स्किल्स वी नीड टू बी डेवलप एट स्कूल ओनली। तो उसके लिए हम क्या करते हैं, हम लोग जैसे शो एंड टेल, इसका हमने एक एक्टिविटी करवा दी। द चिल्ड्रन दे आर कमिंग ऑन द स्टेज एंड ऑन द स्टेज दे आर स्पीकिंग इन अ 1 minute एंड दे आर जस्ट पिकिंग द स्लिप and immediately they are giving the answer. So in this way confidence उनका develop होता है बच्चों का. Then after that जो cookery skills हैं that we are doing over there, and gardening skills हम करवा रहे हैं. All these type of soft skills we are teaching the students in the school only. Thank you. ਬਿਲਕੁਲ ਵਾਲੀਆ ਜੀ, ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਸੀ ਕਿ ਸਪੋਰਟਸ ਦੀ ਬੜੀ ਇੰਪੋਰਟੈਂਸ ਜਿਹੜੀ ਹੁੰਦੀ ਹੈ, ਅਸੀਂ ਦੇਖਿਆ ਕਿ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ, ਸਕੂਲ 'ਚ ਚਲੇ ਜਾਂਦੇ ਹੈ, ਪਰ ਮੈਂ ਦੇਖ ਰਿਹਾ ਸੀ ਕਿ BBK DAV ਕਾਲਜ ਸਪੈਸ਼ਲੀ ਸਪੋਰਟਸ 'ਤੇ ਬੜਾ ਕੰਸੀਡਰ ਕਰ ਰਿਹਾ ਹੈ। ਕਿੰਨੇ ਕੁ ਜ਼ਿਆਦਾ ਬੱਚਿਆਂ ਦੇ ਵਿੱਚ ਤਾਂਘ ਹੈ ਅਤੇ ਕਿੰਨੇ ਕੁ ਜ਼ਿਆਦਾ ਬੱਚੇ ਕਾਮਯਾਬ ਹੋ ਰਹੇ ਨੇ?
BPK DAV College for Women has been very, very fortunate to have won accolades at international as well as national levels. We are a college that has been graced for having produced an Olympian, Harwant Kaur. We have Arjuna awardee, Dr. Suman Sharma. We have had numerous others over the years who have won at Asian level championships और बहुत सारे इंटरनेशनल टूर्नामेंट्स में अभी भी हमारे स्टूडेंट्स पार्टिसिपेट कर रहे हैं। मैम ये औखा नहीं है, आम करके ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਸਪੋਰਟਸ ਦੇ ਲਈ ਰੈਡੀ ਕਰਨਾ ਬਹੁਤ ਔਖਾ ਹੁੰਦਾ ਹੈ, ਇਹਦੇ ਲਈ ਤੁਹਾਨੂੰ ਕੁਝ ਸਪੈਸ਼ਲ ਮਿਹਨਤ ਕਰਨੀ ਪੈਂਦੀ ਫਿਰ? मेहनत तो होती है। Is there, tell me, anything in life which you can get without hard work? There's nothing. रिगरस रिहर्सल्स होती हैं, प्रैक्टिस सेशंस होते हैं, यूनिवर्सिटी में जाके भी गर्ल्स प्रैक्टिस करती हैं, कॉलेज में वी हैव बीन गिविंग देम फ्री हॉस्टल फैसिलिटीज़, स्कॉलरशिप्स। स्टूडेंट्स को हम ढूंढ के लाते हैं रूरल एरियाज़ में से जहाँ हमें लगता है कि स्टूडेंट्स हैव पोटेंशियल बट दे मे नॉट हैव दैट इकोनॉमिक बैकिंग विद देम टू परस्यू हायर एजुकेशन। तो वहाँ से ये हमारा डबल मोटिव सर्व होता है। वी आर ऑलवेज स्ट्रेंथनिंग द वुमेन पोटेंशियल एंड ऑल्सो गिविंग देम हायर एजुकेशन। इसमें आई वांट टू ऐड समथिंग। स्पोर्ट्स में हमारे कॉलेज ने शहीद आज़म भगत सिंह मैन एंड वुमेन कंबाइंड ट्रॉफ़ी अराउंड 6-7 टाइम्स जीती है। ओवरऑल चैम्पियनशिप ट्रॉफ़ी फॉर वुमेन कॉलेजेस अराउंड 10 years कंसेक्यूटिव जीती है गुरु नानक देव यूनिवर्सिटी में। मौलाना अबुल कलाम जो ट्रॉफ़ी है गुरु नानक देव यूनिवर्सिटी की, उसमें हमारा बहुत मैक्सिमम कंट्रीब्यूशन रहा है। बट ऑल दीज ट्रॉफ़ीज़ असाइड, आई फील स्पोर्ट्स का जो सबसे बड़ा मैसेज जो स्टूडेंट्स को जाता है, और जब भी स्पोर्ट्स का अवार्ड्स डे होता है, आई से दिस ऑन द स्टेज विच इज़ नॉट जस्ट फॉर द स्पोर्ट्स अवार्डीज़ बट फॉर एवरीबडी। स्पोर्ट्स एक ऐसी इट्स अ फील्ड विच टीचेज यू कि आप 10 times यू मे फॉल, इट डजेंट मैटर, पर 11th टाइम जो आप खड़े हो जाते हो, दैट इज़ वॉट मैटर्स। एंड आई थिंक वो स्ट्रेस बस्टर है। ਕਰਨ ਤੋਂ ਬਾਅਦ ਜਿਹੜਾ ਵੱਡੀ ਗਿਣਤੀ 'ਚ ਬੱਚੇ ਜਿਹੜੇ ਆ ਕਾਲਜ ਦਾ ਰੁਖ ਕਰਦੇ, ਸ਼ਾਇਦ ਇਹੀ ਇੱਕ ਖਾਸੀਅਤ ਹੈ। बहुत शुक्रिया वालिया जी, प्रवीण जी, रोड़ा साहब, बहुत शुक्रिया। तो ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖਿਆ ਨੂੰ ਲੈ ਕੇ ਅਕਸਰ ਗੱਲਬਾਤ ਹੁੰਦੀ ਹੈ ਕਿ ਦੇਖੋ ਐਜੂਕੇਸ਼ਨ ਬਹੁਤ ਵੱਡੇ ਲੈਵਲ ਤੱਕ ਇਨਸਾਨ ਨੂੰ ਪਹੁੰਚਾ ਸਕਦੀ ਹੈ। ਤਾਂ ਆਉਣ ਵਾਲੇ ਨੈਕਸਟ ਪੈਨਲ ਦਾ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ। ਥੈਂਕ ਯੂ ਸੋ ਮਚ।